ਹੋਪ ਗਲੋਬਲ ਟੀਵੀ ਦੇਖ ਰਹੇ ਦੇਸ਼ ਅਤੇ ਵਿਦੇਸ਼ਾਂ ਦੇ ਸਮੂਹ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤ ਵਿਚਾਰ ਵਿੱਚ ਨਿੱਘਾ ਸਵਾਗਤ। ਗੁਰੂ ਰੂਪ ਸਾਧ ਸੰਗਤ ਜੀ, ਅਸੀਂ ਇਸ ਪ੍ਰੋਗਰਾਮ ਵਿੱਚ ਆਪ ਜੀ ਨੂੰ ਵੱਖ-ਵੱਖ ਪੰਥਕ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਹਾਂ ਅਤੇ ਉਹਨਾਂ ਤੋਂ ਅਸੀਂ ਜਿਹੜਾ ਗੁਰਮਤ ਵਿਚਾਰਾਂ ਦੀ ਸੇਧ ਪ੍ਰਾਪਤ ਕਰਦੇ ਹਾਂ। ਅੱਜ ਮੈਨੂੰ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਸਿੱਖ ਇਤਿਹਾਸ ਦੇ ਪਾਠਕ ਜਾਣਦੇ ਹਨ ਕਿ ਨੌਰੰਗਾਬਾਦ ਇੱਕ ਉਹ ਨਗਰ ਹੈ ਜਿਸ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਸਥਾਨ ਹੈ, ਕਿਉਂਕਿ ਇਸ ਜਗ੍ਹਾ 'ਤੇ ਰਹੇ ਨੇ ਧੰਨ ਧੰਨ ਸ਼ਹੀਦ ਬਾਬਾ ਵੀਰ ਸਿੰਘ ਜੀ। ਅਤੇ ਅੱਜ ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਹਰਜੀਤ ਸਿੰਘ ਜੀ ਮੇਰੇ ਨਾਲ ਨੇ ਅਤੇ ਉਹਨਾਂ ਤੋਂ ਅੱਜ ਅਸੀਂ ਜਾਣਨੀ ਹੈ ਬਾਬਾ ਵੀਰ ਸਿੰਘ ਜੀ ਦੀ ਹਿਸਟਰੀ, ਉਹਨਾਂ ਦਾ ਇਤਿਹਾਸ, ਕਿੰਨਾ ਵੱਡਾ ਇਤਿਹਾਸ ਸੀ ਉਹਨਾਂ ਦਾ, ਕਿਸ ਤਰ੍ਹਾਂ ਉਹਨਾਂ ਨੂੰ ਨੌਰੰਗਾਬਾਦ ਵਾਲੇ ਕਹਿਣਾ ਸ਼ੁਰੂ ਹੋਇਆ, ਅਤੇ ਸਾਰੀਆਂ ਚੀਜ਼ਾਂ ਅੱਜ ਇਸ ਨਗਰ ਦਾ ਇਤਿਹਾਸ ਅਤੇ ਆਪ ਜੀ ਨੇ ਇਸ ਸ਼ਹਿਰ ਦਾ ਇਤਿਹਾਸ ਜਾਣਨਾ ਹੈ, ਇਸ ਇਲਾਕੇ ਦਾ ਔਰ ਬਾਬਾ ਵੀਰ ਸਿੰਘ ਜੀ ਦਾ। ਪਹਿਲਾਂ ਸਭ ਤੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲੇ ਤੇ ਧੰਨ ਧੰਨ ਸ਼ਹੀਦ ਬਾਬਾ ਵੀਰ ਸਿੰਘ ਜੀ ਸਾਡੀ ਕੌਮ ਦੇ ਬੜੇ ਮਹਾਨ ਸ਼ਹੀਦ ਨੇ ਅਤੇ ਉਹ ਮਹਾਨ ਸ਼ਹੀਦ ਤੋਂ ਹੀ ਆਪਾਂ ਗੱਲ ਸ਼ੁਰੂ ਕਰੀਏ ਕਿਉਂਕਿ ਉਹਨਾਂ ਦੇ ਇਸ ਮਹਾਨ ਅਸਥਾਨ ਦੀ ਸੇਵਾ ਸਤਿਗੁਰਾਂ ਆਪ ਜੀ ਨੂੰ ਬਖਸ਼ੀ ਹੈ ਅਤੇ ਬਾਬਾ ਵੀਰ ਸਿੰਘ ਜੀ ਦਾ ਇਤਿਹਾਸ ਹੈ ਜਿਹੜਾ ਉਹ ਸੰਗਤਾਂ ਦੇ ਨਾਲ ਥੋੜ੍ਹਾ ਜਿਹਾ ਸਾਂਝਾ ਕਰੋ। ਆਪਣਾ ਚੈਨਲ ਦਾ ਕੀ ਨਾਂ? ਹੋਪ ਗਲੋਬਲ ਟੀਵੀ। ਹੋਪ ਗਲੋਬਲ ਟੀਵੀ ਇਹ ਲਿਖਿਆ। ਅੱਛਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੋਂ ਤਾਂ ਅਸੀਂ ਬਹੁਤ ਧੰਨਵਾਦੀ ਹਾਂ ਹੋਪ ਗਲੋਬਲ ਟੀਵੀ ਚੈਨਲ ਦੇ ਕਿ ਤੁਸੀਂ ਜਿਹੜਾ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਆ ਜੀ। ਅਤੇ ਇਹ ਜਾਣਨਾ ਚਾਹੋਗੇ ਤੁਸੀਂ ਕਿ ਬਾਬਾ ਜੀ ਦਾ ਨੌਰੰਗਾਬਾਦੀ ਕਿਉਂ ਬਾਬਾ ਜੀ ਬਚਦੇ? ਕਿਉਂਕਿ ਮੈਂ ਇਹੀ ਜਾਣਨਾ ਚਾਹਾਂਗਾ ਕਿ ਬਾਬਾ ਜੀ ਦਾ ਜੋ ਜਨਮ ਕੀ ਇੱਥੇ ਹੋਇਆ ਸੀ ਜਾਂ ਜਨਮ ਹੋਰ ਕਿਤੇ ਹੋਇਆ ਸੀ, ਕਿਸ ਤਰ੍ਹਾਂ ਇਹ ਸਾਰਾ ਇਤਿਹਾਸ ਹੈ ਔਰ ਕਿਹੜੇ ਕਾਲ ਦੇ ਵਿੱਚ ਹੋਏ, ਉਹ ਗੁਰੂ ਗੋਬਿੰਦ ਸਿੰਘ ਦੇ ਕਾਲ 'ਚ ਹੋਏ, ਮਹਾਰਾਜਾ ਰਣਜੀਤ ਸਿੰਘ ਦੇ ਕਾਲ 'ਚ ਹੋਏ, ਕਦੋਂ ਹੋਏ, ਇਹ ਸਾਰੀਆਂ ਚੀਜ਼ਾਂ ਆਪਾਂ ਅਤੇ ਸਭ ਤੋਂ ਪਹਿਲੇ ਤਾਂ ਸ਼ੁਰੂਆਤ ਕਰਦੇ ਹਾਂ ਕਿ ਉਹਨਾਂ ਦਾ ਜਨਮ ਕੀ ਇਸੇ ਨਗਰ 'ਚ ਹੋਇਆ ਸੀ ਜਾਂ ਕਿਸੇ ਹੋਰ 'ਚ? ਇਹ ਜਨਮ ਸਥਾਨ ਤੇ ਬਾਬਾ ਜੀ ਦਾ ਗੱਗੋ ਬੂਆ ਜੀ। ਉਹ ਇਹ ਜਦੋਂ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸੇਵਾ ਲਾਈ ਨਾ ਤਰਨ ਤਾਰਨ ਸਰੋਵਰ ਦੀ, ਹਾਂਜੀ, ਉਸ ਟਾਈਮ ਗੱਗੋ ਬੂਏ ਦੀ ਸੰਗਤ ਨੇ ਸੇਵਾ ਬੜੀ ਕੀਤੀ ਉੱਥੇ ਜੀ, ਤਨ ਮਨ ਨਾਲ। ਠੀਕ ਜੀ। ਤੇ ਗੁਰੂ ਸਾਹਿਬ ਨੇ ਬਚਨ ਕੀਤਾ ਉਸ ਟਾਈਮ ਵੀ ਗੱਗੋ ਬੂਏ ਵਾਲਿਓ ਤੁਹਾਡੇ ਨਗਰ 'ਚ ਕੋਈ ਯੋਧਾ ਪੈਦਾ ਹੋਊਗਾ ਸੂਰਮਾ ਜੀ, ਵੀ ਨਗਰ ਨੂੰ ਤਾਰ ਦੂਗਾ। ਹਾਂਜੀ। ਤੇ ਉਦੋਂ ਬਾਅਦ ਫਿਰ ਕੁਛ ਸਮਾਂ ਪਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ। ਉਹ 6ਵੇਂ ਪਾਤਸ਼ਾਹ ਗੱਗੋ ਬੂਏ ਨਗਰ ਦੇ ਵਿੱਚ ਵਿਚਰੇ। ਹਾਂਜੀ। ਉੱਥੋਂ ਦੀ ਕਿਸੇ ਮਾਤਾ ਨੇ ਕਿਹਾ ਗੁਰੂ ਸਾਹਿਬ ਨੂੰ ਵੀ ਮਹਾਰਾਜ ਤੁਹਾਡੇ ਵਰਗਾ ਯੋਧਾ ਸਾਡੇ ਨਗਰ ਦੇ ਵਿੱਚ ਪੈਦਾ ਹੋਣਾ ਚਾਹੀਦਾ। ਜੀ। ਉਸ ਟਾਈਮ ਫਿਰ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਸਾਡੇ ਵਰਗਾ ਨਹੀਂ ਹੋਣਾ, ਸਾਨੂੰ ਹੀ ਆਉਣਾ ਪਊਗਾ। ਠੀਕ ਹੈ ਜੀ। ਤੇ ਉਸ ਸਥਾਨ 'ਤੇ ਨਗਰ ਗੱਗੋ ਬੂਏ ਫਿਰ ਬਾਬਾ ਜੀ ਨੇ ਜਨਮ ਲਿਆ ਜੀ। ਅਤੇ ਜਦੋਂ ਜਨਮ ਲਿਆ ਬਾਬਾ ਜੀ ਦੇ ਜਿਹੜੇ ਪਿਤਾ ਜੀ ਸੀ ਇਹ ਨਿਹਾਲ ਸਿੰਘ ਦੀ ਫੌਜ 'ਚ ਨੌਕਰੀ ਕਰਦੇ। ਨਿਹਾਲ ਸੋਹਣੀ ਜਿਹੜੇ, ਇਹ ਨਿਹਾਲ ਸਿੰਘ ਕੌਣ ਸੀਗੇ ਭਲਾ? ਮਹਾਰਾਜਾ ਰਣਜੀਤ ਸਿੰਘ। ਅੱਛਾ, ਵੱਡ ਵਡੇਰੇ। ਹਾਂਜੀ, ਵੱਡ ਵਡੇਰੇ। ਜੀ ਜੀ। ਅਤੇ ਜਦੋਂ ਨੌਕਰੀ ਕਰਦੇ ਸੀ ਸਰਦਾਰ ਸੇਵਾ ਸਿੰਘ ਜੀ, ਇਹ ਜਦੋਂ ਇਹਨਾਂ ਨੇ ਬਾਬਾ ਜੀ ਦੇ ਪਿਤਾ ਜੀ ਜਿਹੜੇ ਇਹ ਵੀ ਸ਼ਹੀਦ ਹੋਏ ਆ। ਜੀ ਜੀ। ਇਹਨਾਂ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਆ ਅਤੇ ਉਸ ਟਾਈਮ ਫਿਰ ਕੁਛ ਸਮਾਂ ਪਾ ਕੇ ਬਾਬਾ ਜੀ ਨੂੰ ਨੌਕਰੀ ਮਿਲ ਗਈ ਇੱਥੇ। ਜੀ ਜੀ। ਬਾਬਾ ਜੀ ਕਾਫੀ ਸਮਾਂ ਨੌਕਰੀ ਕਰਦੇ ਰਹੇ। ਬਾਬਾ ਜੀ ਦੀ ਪਿਸ਼ੌਰ ਜੰਗ ਹੋਈ ਫਿਰ ਜੀ। ਇਹ ਜਦੋਂ ਪਿਸ਼ੌਰ ਜੰਗ ਹੋਈ ਨਾ ਇਹਨਾਂ ਦਾ ਖੰਡਾ ਟੁੱਟ ਗਿਆ ਬਾਬਾ ਜੀ ਦਾ। ਠੀਕ ਜੀ। ਅਤੇ ਇਹਨਾਂ ਨੂੰ ਦੁਸ਼ਮਣ ਦੀਦਾ ਸੀ ਵੀ ਦੁਸ਼ਮਣ ਲਾਂਡਿਆ ਅਤੇ ਇਹ ਨਹੀਂ ਦੁਸ਼ਮਣ ਨੂੰ ਦੀਦੇ ਜੀ। ਅਤੇ ਇਹਨਾਂ ਫਿਰ ਅਰਦਾਸ ਬੇਨਤੀ ਕੀਤੀ ਮਹਾਰਾਜ ਇਹੋ ਜੰਗ ਕਰਨੀ ਆ ਅਤੇ ਜਿਹੜੀ ਜ਼ਿੰਦਗੀ ਹੈ ਤੁਹਾਡੇ ਲੇਖੇ ਲਾ ਦੇਣੀ ਨਾਮ ਸਿਮਰਨ ਜੀ। ਅਤੇ ਇੱਥੋਂ ਦੇ ਆਇਆ ਭਾਈ ਦਸੰਧਾ ਸਿੰਘ ਜੀ ਇਸ ਨਗਰ ਦਾ। ਜੀ ਜੀ। ਇਹ ਦੋਨੋਂ ਬਾਬਾ ਜੀ ਦੇ ਨਾਲ ਹੀ ਵੀ ਨੌਕਰੀ ਕਰਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ। ਅਤੇ ਜਦੋਂ ਫਿਰ ਉੱਥੋਂ ਬਾਬਾ ਜੀ ਦੀ ਜਿੱਤ ਇਹਨਾਂ ਦੀ ਪ੍ਰਾਪਤ ਹੋ ਗਈ ਅਤੇ ਬਾਬਾ ਜੀ ਨੇ ਫਿਰ ਆਖਿਆ ਵੀ ਅਸੀਂ ਨੌਕਰੀ ਨਹੀਂ ਕਰਨੀ ਹੁਣ ਜੀ। ਇਹਨਾਂ ਜਦੋਂ ਨੌਕਰੀ ਛੱਡਤੀ ਅਤੇ ਭਾਈ ਦਸੰਧਾ ਸਿੰਘ ਜਿਹੜਾ ਸੀ ਇਹ ਨੌਕਰੀ ਕਰਦੇ ਰਹੇ। ਅਤੇ ਜਦੋਂ ਬਾਬਾ ਜੀ ਨੇ ਨੌਕਰੀ ਛੱਡੀ, ਬਾਬਾ ਭਾਗ ਸਿੰਘ ਹੋਏ ਕੁਰੀ ਵਾਲੇ
ਇਹ ਪਾਕਿਸਤਾਨ 'ਚ ਰਹਿ ਗਿਆ ਅੱਛਾ ਜੀ। ਤੇ ਉੱਥੇ ਬਾਬਾ ਜੀ ਚਲ ਗਏ ਫਿਰ ਸੇਵਾ ਕਰਨ ਜੀ ਉੱਥੇ ਕਾਫੀ ਸਮਾਂ ਸੇਵਾ ਕੀਤੀ ਬਾਬਾ ਭਾਗ ਸਿੰਘ ਜੀ ਕੋ ਜੀ। ਇਹ ਸੇਵਾ ਕਰਦੇ ਕਰਦੇ ਇਹਨਾਂ ਭੇਡੂ ਰੱਖਿਆ ਹੁੰਦਾ ਸੀ ਤੇ ਉਹ ਹੁਣ ਵੀ ਮਰਿਆਦਾ ਚੱਲਦੀ ਆਉਣ ਡਈ। ਵੇਖ ਲਓ ਇੱਥੇ ਵੀ ਬੱਕਰਾ ਹੈਗਾ, ਅੱਛਾ ਕਿਸੇ ਨੇ ਸੇਵਾ ਕੀਤੀ ਚੜਾ ਕੇ ਗਿਆ। ਮਤਲਬ ਕਿ ਬਾਬਾ ਵੀਰ ਸਿੰਘ ਜੀ ਤੋਂ ਹੀ ਇਹ ਬੱਕਰਾ ਰੱਖਣ ਦੀ ਪਰੰਪਰਾ ਚੱਲਦੀ ਹੈ। ਪਰੰਪਰਾ ਹਾਂ ਉਹਨਾਂ ਵੀ ਰੱਖਿਆ ਸੀ। ਠੀਕ ਹੈ ਜੀ। ਤੇ ਉਹ ਜਦੋਂ ਘਾਹ ਲੈ ਕੇ ਆਏ ਨਾ ਆਉਂਦਿਆਂ ਨੂੰ ਉਹ ਬੱਕਰਾ ਜਿਹੜਾ ਸੀ ਉਹਦੀ ਮੌਤ ਹੋ ਗਈ ਜੀ। ਉਹਦੀ ਮੌਤ ਹੋ ਗਈ ਤੇ ਨਾਲ ਦੇ ਸਿੰਘ ਆਂਦੇ ਵੀ ਬਾਬਾ ਜੀ ਤੁਹਾਡਾ ਬੱਕਰਾ ਤੇ ਮਰ ਗਿਆ, ਘਾਹ ਕਿਹਨੂੰ ਪਾਉਣਾ ਤੁਸੀਂ? ਜੀ। ਉਹਨਾਂ ਫਿਰ ਰੁੱਗ ਫੜਿਆ ਘਾਹ ਦਾ ਤੇ ਉਹ ਸੁੱਟਿਆ ਗਾੜੀ ਉਹਨੂੰ ਆਂਦੇ ਉੱਠ ਕੀ ਹੋਇਆ ਤੈਨੂੰ, ਘਾਹ ਖਾ ਜੀ। ਤੇ ਉਹ ਉੱਠ ਕੇ ਘਾਹ ਖਾਣ ਡਿਆ ਪਿਆ। ਜੀ ਜੀ। ਤੇ ਜਿਹੜੇ ਬਾਬਾ ਜੀ ਸੀ ਬਾਬਾ ਭਾਗ ਸਿੰਘ ਜੀ ਇਹਨਾਂ ਨੂੰ ਪਤਾ ਲੱਗਾ ਜਦੋਂ ਵੀ ਬਾਬਾ ਜੀ ਨੇ ਆ ਕਰਾਮਾਤ ਵਰਤੀ ਆ ਜੀ ਤੇ ਇਹਨਾਂ ਫਿਰ ਸੱਦ ਕੇ ਬਾਬਾ ਜੀ ਨੂੰ ਆਖਿਆ ਵੀ ਤੁਸੀਂ ਐਂ ਕਰੋ, ਤੁਹਾਡੀ ਸੇਵਾ ਪੂਰੀ ਹੋ ਗਈ ਆ ਜੀ ਤੇ ਤੁਸੀਂ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਆ ਉੱਥੇ ਚੱਲ ਜਾਓ। ਜੀ ਜੀ। ਤੇ ਉਦੋਂ ਜਿਹੜਾ ਜਾਂਦਾ ਸਵਾਰੀ ਖੋਤੇ ਘੋੜੇ ਦੀ ਖੱਚਰਾਂ ਦੀ ਸੀ ਬਿਲਕੁਲ ਜੀ ਬਿਲਕੁਲ। ਤੇ ਬਾਬਾ ਜੀ ਨੂੰ ਆਂਦੇ ਨਾਰਾਂ ਦਾ ਟੋਕਰਾ ਹੋਰ ਫਲ ਫਰੂਟ ਲਦਾ ਕੇ ਖੋਤੇ ਤੇ ਊਨਾ ਸਾਹਿਬ ਭੇਜਤਾ। ਜੀ। ਜਦੋਂ ਊਨਾ ਸਾਹਿਬ ਭੇਜਤਾ ਤੇ ਉੱਥੇ ਕਾਫੀ ਸਮਾਂ ਸੇਵਾ ਕਰਦੇ ਰਹੇ ਬਾਬਾ ਜੀ। ਹਾਂਜੀ। ਕਾਫੀ ਸਮਾਂ ਉੱਥੇ ਰਹੇ ਤੇ ਕੁਛ ਸਮਾਂ ਪਾ ਕੇ ਮੁੜ ਕੇ ਬਾਬਾ ਸਾਹਿਬ ਸਿੰਘ ਜੀ ਜਿਹੜੇ ਉਹਨਾਂ ਬਾਬਾ ਜੀ ਨੂੰ ਆਖਿਆ ਵੀ ਤੁਸੀਂ ਐਂ ਕਰੋ ਨਰੰਗਾਬਾਦ ਨਗਰ ਚਲ ਜਾਓ ਮਾਝੇ 'ਚ। ਜੀ। ਤੇ ਉੱਥੋਂ ਜਦੋਂ ਇੱਥੇ ਘੱਲਤਾ। ਅੱਛਾ, ਮਤਲਬ ਕਿ ਬਾਬਾ ਵੀਰ ਸਿੰਘ ਜੀ ਦਾ ਜੋ ਜਨਮ ਹੈ ਉਹ ਗੱਗੋ ਬੂਹੇ ਹੋਇਆ ਹੈ ਤੇ ਗੱਗੋ ਬੂਹੇ ਤੋਂ ਉਹਨਾਂ ਨੂੰ ਇੱਥੇ ਆ ਜਿਹੜਾ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਭੇਜਿਆ। ਕਿਉਂਕਿ ਸਾਧ ਸੰਗਤ ਜੀ ਇਹ ਗੱਲ ਨੋਟ ਕਰਨ ਵਾਲੀ ਹੈ ਕਿਉਂਕਿ ਅੱਜ ਜੋ ਬਾਬਾ ਜੀ ਹੋਰਾਂ ਦੱਸਿਆ ਹੈ ਇੱਥੋਂ ਇਹ ਚੀਜ਼ ਸਮਝ ਆਈ ਕਿਉਂਕਿ ਅਜੇ ਤੱਕ ਮੈਂ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਪਾਇਆ ਸੀ ਕਿ ਬਾਬਾ ਵੀਰ ਸਿੰਘ ਜੀ ਦਾ ਜਨਮ ਸਥਾਨ ਗੱਗੋਬੂਹਾ ਪਿੰਡ ਵਿੱਚ ਹੈ ਪਰ ਉਹਨਾਂ ਨੂੰ ਨੌਰੰਗਾਬਾਦੀ ਕਿਉਂ ਕਿਹਾ ਜਾਂਦਾ ਹੈ। ਔਰ ਅਸਲ ਵਿੱਚ ਇਹ ਮੈਂ ਆਪ ਜੀ ਨੂੰ ਸੰਗਤ ਨੂੰ ਦੱਸ ਦੇਵਾਂ ਕਿ ਤਰਨ ਤਾਰਨ ਸਾਹਿਬ ਤੋਂ ਜਿਸ ਤਰ੍ਹਾਂ 10-12 ਕਿਲੋਮੀਟਰ ਹੀ ਇੱਧਰ ਨੌਰੰਗਾਬਾਦ ਪੈ ਰਿਹਾ, ਤਰਨਤਾਰਨ ਤੋਂ 5-6 ਕਿਲੋਮੀਟਰ ਇੱਧਰ ਜਿਹੜਾ ਉਹ ਨੌਰੰਗਾਬਾਦ ਹੈ। ਤੇ ਜੇਕਰ ਤੁਸੀਂ ਝਬਾਲ ਵਾਲੇ ਪਾਸੇ ਨੂੰ ਜਾਓ ਤਾਂ 10-12-15 ਕਿਲੋਮੀਟਰ ਤੇ ਗੱਗੋਬੂਹਾ ਆ ਜਾਂਦਾ ਹੋਣਾ। ਇਹ ਦੋ ਜਿਹੜੇ ਸ਼ਹਿਰ ਹੈ ਤਰਨ ਤਾਰਨ ਦੇ ਆਸ-ਪਾਸ ਹੀ ਹਨ ਤੇ ਇਹ ਫਿਰ ਬਾਬਾ ਵੀਰ ਸਿੰਘ ਜੀ ਹੋਰਾਂ ਨੂੰ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਨੇ ਇੱਧਰ ਭੇਜਿਆ। ਤੇ ਨਰੰਗਾਬਾਦ ਜਿਹੜਾ ਵਾ ਇਹ ਗੋਂਦਾਲ ਸਾਹਿਬ ਰੋਡ ਤੇ ਉੱਤੇ ਆ। ਠੀਕ ਹੈ ਜੀ। ਜੀ ਜੀ। ਤੇ ਜਦੋਂ ਇੱਥੇ ਆ ਗਏ ਬਾਬਾ ਜੀ ਸੇਵਾ ਕਾਫੀ ਸਮਾਂ ਕਰਦੇ ਰਹੇ ਤੇ ਉਸ ਟਾਈਮ ਫਿਰ ਬਾਬਾ ਸਾਹਿਬ ਸਿੰਘ ਜੀ ਜਿਹੜੇ ਸੀ ਉਹ ਇਹਨਾਂ ਨੂੰ ਇੱਥੇ ਵੇਖਣ ਆਏ ਵੀ ਕਿੰਨਾ ਕੁ ਬਾਬਾ ਜੀ ਨੇ ਸੇਵਾ ਸਿਮਰਨ ਚਲਾਇਆ ਇੱਥੇ। ਤੇ ਇਹ ਬਾਬਾ ਜੀ ਦੀ ਜਗ੍ਹਾ ਵਾ ਇੱਥੇ ਬਾਬਾ ਸਾਹਿਬ ਸਿੰਘ ਦੀ, ਇੱਥੋਂ ਪਰਲੇ ਬੰਨੇ ਨਾਲ ਹੀ ਆ ਜੀ। ਤੇ ਕਾਫੀ ਸਮਾਂ ਰਹੇ ਫਿਰ ਬਾਬਾ ਜੀ ਵੀ ਇੱਥੇ। ਤੇ ਉਸ ਟਾਈਮ 1820 ਦੇ ਵਿੱਚ ਆਂਦੇ ਇੱਥੇ ਨਾ ਜਿਸ ਤਰ੍ਹਾਂ ਹੁਣ ਬਿਮਾਰੀ ਚੱਲੀ ਜੀ ਤੇ ਉਸ ਟਾਈਮ ਹੀ ਹਈਏ ਦੀ ਬਿਮਾਰੀ ਚੱਲ ਗਈ ਤੇ ਉਦੋਂ ਫਿਰ ਸੰਗਤ ਦਾ ਇਲਾਜ ਨਹੀਂ ਹੁੰਦਾ। ਸੰਗਤ ਬਾਬਾ ਜੀ ਕੋ ਆਈ, ਬਚਨ ਕੀਤਾ ਬਾਬਾ ਜੀ ਨੇ ਵੀ ਇਸ ਤਰ੍ਹਾਂ ਲੋਕੀ ਜਿਹੜੇ ਆ ਬਿਮਾਰੀ ਨਾਲ ਮਰਦੇ ਜਾਂਦੇ, ਇਹਨਾਂ ਦਾ ਇਲਾਜ ਨਹੀਂ ਹੁੰਦਾ। ਉਸ ਟਾਈਮ ਫਿਰ ਬਾਬਾ ਜੀ ਨੇ ਬਚਨ ਕੀਤਾ ਵੀ ਇੱਥੇ ਬੌਲੀ ਸਾਹਿਬ ਆ ਖੂਹੀ, ਉਦੋਂ ਬਲਦਾਨਾ ਚੱਲਦੀ, ਉਹਨਾਂ ਬਚਨ ਕੀਤਾ ਵੀ ਜਿਹੜਾ ਇਹ ਬੌਲੀ ਦਾ ਜਲ ਛਕੂਗਾ ਤੇ ਇਸ਼ਨਾਨ ਕਰੂਗਾ ਉਹ ਠੀਕ ਹੋਊਗਾ। ਉਸ ਟਾਈਮ ਫਿਰ ਛੋਟੀ ਇੱਟ ਹੁੰਦੀ ਸੀ ਜਿਹੜੀ ਉਹਦੀ 5 ਇੱਟਾਂ ਦੀ ਸੇਵਾ ਲਾਈ ਸੰਗਤ ਨੂੰ ਤੇ ਉਹ ਸੰਗਤ ਇੱਟਾਂ ਲਈ ਆਈ, ਜਿਹੜਾ ਇਸ਼ਨਾਨ ਕਰਦਾ ਸੀ ਜਲ ਛਕਦਾ ਸੀ ਉਹ ਠੀਕ ਹੁੰਦਾ ਜਾਂਦਾ ਸੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਇਸ ਜਲ ਦਾ ਤੇ ਉਹਨਾਂ ਫਿਰ ਇੱਥੋਂ ਲਾਹੌਰ ਜਲ ਮੰਗਾਇਆ ਮਹਾਰਾਜਾ ਰਣਜੀਤ ਸਿੰਘ ਨੇ। ਮਹਾਰਾਜਾ ਰਣਜੀਤ ਸਿੰਘ ਵੀ ਬਾਬਾ ਜੀ ਦਾ ਐਡਾ ਸ਼ਰਧਾਲੂ ਬਣ ਗਿਆ ਸੀ ਵੀ ਨੰਗੇ ਪੈਰੀਂ ਇੱਥੇ ਆਉਂਦਾ ਹੈ। ਤੇ ਬਾਬਾ ਸਾਹਿਬ ਸਿੰਘ ਜੀ ਜਿਹੜੇ ਸੀ ਇਹਨਾਂ ਊਨਾ ਸਾਹਿਬ ਜਲ ਮੰਗਾਇਆ ਉਸ ਸਮੇਂ ਦੇ ਵਿੱਚ। ਤੇ ਉਦੋਂ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਚਾਲੇ ਮਾਰ ਜਾਂਦਾ ਉਦੋਂ ਫਿਰ ਇਹਨਾਂ ਦੇ ਹਵੜਾ ਦਫੜੀ ਮੱਚ ਗਈ ਰਾਜ ਦੇ ਵਿੱਚ। ਤੇ ਜਿਹੜਾ ਧਿਆਨ ਸਿੰਘ ਡੋਗਰਾ, ਹੀਰਾ ਸਿੰਘ ਡੋਗਰਾ ਸੀ ਧਿਆਨ ਸਿੰਘ ਦਾ ਲੜਕਾ, ਇਹਨਾਂ ਉਸ ਸਮੇਂ ਫਿਰ ਜਦੋਂ ਬਗਾਵਤ ਕਰਕੇ ਕਬਜ਼ਾ ਕਰ ਲਿਆ ਰਾਜ ਦੇ ਉੱਤੇ। ਜਦੋਂ ਕਬਜ਼ਾ ਕਰ ਲਿਆ ਤੇ ਕੰਵਰ ਕਸ਼ਮੀਰਾ ਸਿੰਘ ਤੇ ਪਸੌਰਾ ਸਿੰਘ ਨੇ ਜਿਹੜੇ ਉਹ ਜਦੋਂ ਉੱਥੋਂ ਭੱਜੇ ਉਹ ਇੱਥੇ ਆ ਗਏ
ਠੀਕ ਹੈ ਜੀ। ਸਾਧ ਸੰਗਤ ਜੀ, ਇਹਦੇ ਵਿੱਚੋਂ ਸਭ ਤੋਂ ਪਹਿਲੇ ਤੇ ਇਹ ਜਾਣਨ ਵਾਲੀ ਗੱਲ ਹੈ ਕਿ ਬਾਬਾ ਵੀਰ ਸਿੰਘ ਜੀ, ਕਿਉਂਕਿ ਇਤਿਹਾਸ ਦੇ ਵਿੱਚ ਕਈ ਵਾਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ, ਅਸਲ ਵਿੱਚ ਅਸੀਂ ਆਪਣਾ ਇਤਿਹਾਸ ਸਮਝਣਾ ਹੀ ਛੱਡ ਦਿੱਤਾ ਹੈ। ਸਾਡੇ ਇਤਿਹਾਸ ਦੇ ਵਿੱਚ ਇੰਨੇ ਵੱਡੇ ਵੱਡੇ ਮਹਾਂਪੁਰਸ਼ ਹੋਏ ਆ, ਇੰਨੇ ਵੱਡੇ ਯੋਧੇ ਹੋਏ ਆ, ਜਤੀ ਤਪੀ ਸੂਰਮੇ ਹੋਏ ਆ, ਪਰ ਅਸੀਂ ਉਹਨਾਂ ਦਾ ਇਤਿਹਾਸ, ਸਾਡੀ ਨੌਜਵਾਨ ਪੀੜ੍ਹੀ ਸਮਝਣਾ ਛੱਡ ਗਈ ਹੈ। ਅੱਜ ਇਹ ਚੀਜ਼ ਸਮਝਣ ਦੀ ਬੜੀ ਵੱਡੀ ਲੋੜ ਹੈ। ਜਿਵੇਂ ਕਿ ਦੱਸਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੀ ਜਿਹੜਾ ਹੈ ਬਾਬਾ ਵੀਰ ਸਿੰਘ ਲਈ ਬੜਾ ਅਥਾਹ ਪਿਆਰ ਤੇ ਸਤਿਕਾਰ ਸੀ। ਤੇ ਫਿਰ ਇਹਦਾ ਮਤਲਬ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਇਸ ਨਗਰ 'ਚ ਕਿਤੇ ਆਏ ਹੋਣਗੇ ਜਾਂ ਨਹੀਂ? ਹਾਂਜੀ, ਆਉਂਦੇ ਹੀ, ਉਹ ਤਾਂ ਨੰਗੇ ਪੈਰੀ ਆਉਂਦੇ ਸੀ। ਅੱਛਾ ਜੀ। ਇੱਕ ਸਮੇਂ ਬਾਬਾ ਜੀ ਦੇ ਕੋਲ ਮਹਾਰਾਜਾ ਰਣਜੀਤ ਸਿੰਘ 3 ਦਿਨ ਇੱਥੇ ਠਹਿਰੇ ਜੀ। ਤੇ ਜਦੋਂ ਜਾਣ ਲੱਗੇ ਬਾਬਾ ਜੀ ਨੂੰ ਆਂਦੇ ਵੀ ਸਾਡੇ ਲੈ ਕੋਈ ਸੇਵਾ ਹੋਵੇ। ਤੇ ਬਾਬਾ ਜੀ ਨੇ ਆਖਿਆ ਨਹੀਂ, ਬੜੀ ਚੜ੍ਹਦੀ ਕਲਾ ਵਾਲਾ ਨਗਰ ਆ, ਵੀ ਚੱਲਦਾ ਵਧੀਆ ਲੰਗਰ ਪਾਣੀ ਇੱਥੇ ਜੀ। ਤੇ ਉਹਨੇ ਫਿਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਮਾਮਲਾ ਵਸੂਲ ਕਰਦਾ ਸੀ ਨਾ ਇਹ ਪਿੰਡ ਤੋਂ, ਨਹਿਰੀ ਮਾਮਲਾ, ਉਹਨੇ ਮਾਫ ਕਰਤਾ ਸੀ ਉਸ ਸਮੇਂ। ਠੀਕ ਜੀ। ਇੱਥੋਂ ਮਾਮਲਾ ਨਹੀਂ ਲੈਂਦਾ। ਜੀ ਜੀ। ਤੇ ਇਹ ਜਦੋਂ ਫਿਰ ਅੰਗਰੇਜ਼ ਆਇਆ, ਉਹਨੇ ਮਾਮਲਾ ਫੇਰ ਚਾਲੂ ਕੀਤਾ। ਠੀਕ ਹੈ ਜੀ। ਤੇ ਜਦੋਂ ਕਮਰ ਕਸ਼ਮੀਰਾ ਸੋਂ ਤੇ ਪਸ਼ੌਰਾ ਸੋਂ ਹੋਣੀ ਇੱਥੇ ਆ ਗਏ ਬਾਬਾ ਜੀ ਕੋ, ਤੇ ਜਦੋਂ ਹੀਰਾ ਸੋਂ ਡੋਗਰੇ ਨੂੰ ਪਤਾ ਲੱਗਾ, ਉਹਨਾਂ ਫਿਰ ਇੱਥੇ ਸੁਨਾਹ ਘੱਲਿਆ, ਬਾਬਾ ਜੀ ਨੂੰ ਬੰਦਾ ਭੇਜਿਆ। ਜੀ ਜੀ। ਵੀ ਸਾਡੇ ਬਾਗੀ ਇੱਥੇ ਆਏ ਆ ਤੇ ਇਹਨਾਂ ਨੂੰ ਫੜਾਓ। ਹਾਂਜੀ। ਤੇ ਉਸ ਟਾਈਮ ਬਾਬਾ ਜੀ ਨੇ ਬਚਨ ਕੀਤਾ ਵੀ ਸਾਡੀ ਸ਼ਰਨ ਆਏ ਆ, ਇਹ ਤੇ ਰਾਜ ਦੇ ਮਾਲਕ ਆ ਜਿਨ੍ਹਾਂ ਨੂੰ ਤੁਸੀਂ ਅੱਜ ਬਾਗੀ ਆਂਦੇ ਜੋ, ਤੇ ਸਾਡੀ ਸ਼ਰਨ ਆਏ ਆ, ਅਸੀਂ ਨਹੀਂ ਫੜਾਉਣਾ ਜੀ, ਵੀ ਸਾਨੂੰ ਭਾਵੇਂ ਸ਼ਹੀਦੀ ਪਾਉਣੀ ਪੈ ਜੇ। ਉਸ ਸਮੇਂ ਫਿਰ ਉਹਨਾਂ ਹੀਰਾ ਸੋਹ ਨੇ ਆਖਿਆ ਵੀ ਮੈਂ ਇੱਥੇ ਹਮਲਾ ਕਰੂੰਗਾ ਡੇਰੇ ਤੇ ਜੀ। ਤੇ ਬਾਬਾ ਜੀ ਨੇ ਫਿਰ ਇੱਥੋਂ ਇਹ ਜਿਹੜਾ ਡੇਰਾ ਸੀ ਛੱਡ ਕੇ ਤੇ ਤੂਤਾਂ ਵਾਲੇ ਇਹਦੇ ਲਾਗੇ ਹੀ ਆ, ਹਰੀਕਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਜੀ ਜੀ। ਇਹਨੇ ਸਿੰਘਾਂ ਨੂੰ ਬਾਬਾ ਜੀ ਨੇ ਬਚਨ ਕੀਤਾ ਵੀ ਆਪਾਂ ਉੱਥੇ ਚੱਲਣਾ, ਦਰਿਆ ਦੇ ਕੰਢੇ। ਹਾਂਜੀ। ਤੇ ਜਦੋਂ ਚੱਲ ਗਏ ਤੇ ਉੱਥੇ ਜਦੋਂ ਜਾ ਕੇ ਬੈਠੇ ਨਾ, ਬਾਬਾ ਜੀ ਨੇ ਬਚਨ ਕੀਤਾ ਸੰਗਤ ਨੂੰ ਵੀ ਤੁਸੀਂ ਐਂ ਕਰੋ, ਲੰਗਰ ਤਿਆਰ ਕਰੋ ਜੀ। ਤੇ ਬਾਬਾ ਜੀ ਦੇ ਨਾਲ ਜਿਹੜੇ ਸਿੰਘ ਸੀ ਉਹ ਆਂਦੇ ਬਾਬਾ ਜੀ ਆਪਣੇ ਤੇ ਲਾਹੌਰੋਂ ਤੇ ਫੌਜਾਂ ਚੜੀਆਂ ਆਉਣ ਡਈਆਂ ਜੀ, ਵੀ ਆਪਾਂ ਲੰਗਰ ਕਦੋਂ ਛਕਾਂਗੇ ਤੇ ਕਦੋਂ ਬਣਾਵਾਂਗੇ। ਤੇ ਬਾਬਾ ਜੀ ਨੇ ਬਚਨ ਕੀਤਾ ਆਪਾਂ ਨਹੀਂ ਛਕਣਾ, ਆਪਾਂ ਬਣਾਉਣਾ ਹੀ ਆ, ਛਕਣਾ ਉਹਨਾਂ ਆਣ ਕੇ। ਜੀ ਜੀ। ਮਤਲਬ ਕਿ ਬਾਬਾ ਜੀ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਕਿ ਹੁਣ ਸ਼ਹੀਦੀ ਦਾ ਟਾਈਮ ਆ ਗਿਆ ਜੀ। ਉਹ ਜਦੋਂ ਇਸ ਤਰ੍ਹਾਂ ਬਾਬਾ ਜੀ ਆਂਦੇ ਕਿਸੇ ਸਮੇਂ ਪਹਿਲੋਂ ਫਿਰਦੇ ਤਬੇਲੇ 'ਚ ਘੋੜਿਆਂ ਦੇ, ਤੇ ਬਾਬਾ ਜੀ ਦੇ ਘੋੜੇ ਨੇ ਦਲਾਤਾ ਮਾਰਤਾ ਜੀ। ਤੇ ਬਾਬਾ ਜੀ ਨੇ ਆਖਿਆ ਵੀ ਸਾਡੇ ਘੋੜੇ ਨੇ ਦਲਾਤਾ ਮਾਰਤਾ ਵਾ। ਤੇ ਆਂਦੇ ਬਾਬਾ ਖੁਦਾ ਹੋਣੇ ਉਦੋਂ ਬਚਨ ਕਰਤਾ, ਬਾਬਾ ਜੀ ਅਜੇ ਤੇ ਤੁਹਾਡੇ ਤੋਪਾਂ ਦੇ ਗੋਲੇ ਵੱਜਣੇ ਆ ਜੀ, ਤੁਸੀਂ ਹੁਣੇ ਆਂਦੇ ਦਲਾਤਾ ਮਾਰਿਆ। ਇਹ ਜਦੋਂ ਛੱਡ ਕੇ ਦਰਿਆ ਕੰਢੇ ਫਿਰ ਇਹਨਾਂ ਉੱਥੋਂ ਲੰਗਰ ਪਾਣੀ ਤਿਆਰ ਕੀਤਾ। ਤੇ ਬਾਬਾ ਜੀ ਨੇ ਬਚਨ ਕੀਤਾ ਸੀ ਵੀ ਕਿਸੇ ਨੇ ਹਮਲਾ ਨਹੀਂ ਕਰਨਾ ਕਾੜੀਆਂ ਜੀ ਜੀ, ਵੀ ਜਿਹਨੇ ਹਮਲਾ ਕਰਨਾ ਵਾ ਉਹ ਸਾਡੇ ਨਾਲ ਨਾ ਆਵੇ, ਸ਼ਾਂਤਮਈ ਸ਼ਹੀਦੀ ਪਾਉਣੀ ਆ ਜੀ। ਤੇ ਇਸ ਬਾਬਾ ਸਾਹਿਬ ਸਿੰਘ ਟਾਰੀ ਜੀ ਜਿਹੜੇ ਇਹਨਾਂ ਬਾਬਾ ਜੀ ਨੂੰ ਸੁਨਾਹ ਘੱਲਿਆ ਵੀ ਜੇ ਮੁਕਾਬਲਾ ਕਰਨਾ ਤੇ ਸਾਨੂੰ ਦੱਸ ਦਿਓ, ਮੈਂ ਫੌਜਾਂ ਘੱਲ ਦੂੰ, ਨਾਲ ਆ ਜੂ ਜੀ। ਤੇ ਬਾਬਾ ਜੀ ਨੇ ਉਸ ਸਮੇਂ ਬਚਨ ਕੀਤਾ ਵੀ ਨਹੀਂ, ਸਾਨੂੰ ਲੋੜ ਨਹੀਂ ਫੌਜਾਂ ਦੀ, ਅਸੀਂ ਤੇ ਸ਼ਾਂਤਮਈ ਸ਼ਹੀਦੀ ਪਾਉਣੀ ਆ, ਜੇ ਤੂੰ ਪਾਉਣੀ ਤੇ ਆ ਜਾ, ਨਹੀਂ ਤੇ ਪਿੱਛੋਂ ਆਉਣਾ ਪੈ ਜੂ ਤੈਨੂੰ। ਤੇ ਉਦੋਂ ਫਿਰ ਜਦੋਂ ਬਾਬਾ ਜੀ ਤੇ ਹਮਲਾ ਆਇਆ ਨਾ, ਕਿਸੇ ਨੇ ਸ਼ਾਸਤਰ ਨਹੀਂ ਚੁੱਕਿਆ ਜੀ। ਤੇ ਬਾਬਾ ਜੀ ਦੇ 18 ਗੋਲੀਆਂ ਲੱਗੀਆਂ ਸਰੀਰ 'ਚ, ਇੱਕ ਗੋਲਾ ਤੋਪ ਦਾ ਲੱਗਾ ਜੀ। ਤੇ ਬਾਬਾ ਜੀ ਨੇ ਫਿਰ ਉਦੋਂ ਜਦੋਂ ਜ਼ਖਮੀ ਹੋਏ ਬਚਨ ਕੀਤਾ ਵੀ ਉਹਨਾਂ ਨੂੰ ਪਤਾ ਤੇ ਹੈ ਸਰੀਰ ਹੁਣ ਛੱਡ ਜਾਣਾ। ਉਹਨਾਂ ਆਖਿਆ ਮਾੜਾ ਜਿਹਾ ਪੱਟ ਦਾ ਕਿਤੇ ਮਾਸ ਅੜਿਆ ਸੀ, ਉਹਨਾਂ ਆਖਿਆ ਅਲੱਗ ਕਰ ਦਿਓ ਇਹਨੂੰ, ਤੇ ਸਾਡਾ ਜਿਹੜਾ ਪਲੰਗਾ ਵਾ ਇਹ ਜਲ ਪ੍ਰਵਾਹ ਕਰ ਦਿਓ ਜੀ। ਤੇ ਉਹ ਜਦੋਂ ਉੱਥੋਂ ਜਲ ਪ੍ਰਵਾਹ ਕਰਤਾ ਤੇ ਉੱਥੇ ਜਾ ਕੇ ਜਦੋਂ ਮੁੱਠਿਆਂ ਵਾਲੇ ਕਿਸੇ ਸਿੰਘ ਨੇ ਬਾਬਾ ਜੀ ਨਾਲ ਬਚਨ ਕੀਤਾ ਸੀ ਵੀ ਸਾਨੂੰ ਕੋਈ ਸੇਵਾ ਦਾ ਮੌਕਾ ਬਖਸ਼ੋ ਜੀ। ਤੇ ਉਸ ਟਾਈਮ ਬਾਬਾ ਜੀ ਨੇ ਬਚਨ ਕੀਤਾ ਵੀ ਸਮਾਂ ਆਉਣ ਤੇ ਦੱਸਾਂਗੇ ਤੈਨੂੰ ਜੀ ਜੀ। ਇਹ ਜਦੋਂ ਫਿਰ ਪਲੰਗਾ ਬਾਬਾ ਜੀ ਦਾ ਇਹਨਾਂ ਪਾਤਾ ਇੱਥੋਂ ਦਰਿਆਏ, ਤੇ ਉਦੋਂ ਫਿਰ ਉਸ ਸਿੰਘ ਨੂੰ ਸੁਪਨਾ ਆਇਆ ਮੁੱਠਿਆਂ ਵਾਲੇ ਜੀ, ਵੀ ਬਾਬਾ ਜੀ ਨੇ ਉਸ ਟਾਈਮ ਬਚਨ ਕੀਤਾ ਵੀ ਉੱਠ ਸਿੰਘਾ ਲੁੱਟ ਲੈ ਸੇਵਾ। ਤੇ ਉਸ ਟਾਈਮ ਆਂਦੇ ਉਸ ਸਿੰਘ ਨੇ ਫਿਰ ਉੱਥੇ ਸੰਸਕਾਰ ਕੀਤਾ ਬਾਬਾ ਜੀ ਦਾ ਜੀ, ਦਰਿਆ 'ਚੋਂ ਪਲੰਗਾ ਕੱਢ ਕੇ। ਠੀਕ ਜੀ। ਤੇ ਜਦੋਂ ਬਾਬਾ ਜੀ ਦਾ ਸੰਸਕਾਰ ਕਰਤਾ ਨਾ, ਬਾਅਦ 'ਚ ਫਿਰ ਅਸਥੀਆਂ ਚੁਗੜੀਆਂ ਸੀ ਬਾਬਾ ਜੀ ਦੀਆਂ ਜੀ। ਤੇ ਉੱਥੇ ਆਂਦੇ ਸਿੰਘ ਵਰਲਾਪ ਕਰਦੇ ਸੀ, ਜਵਾਹਰ ਸਿੰਘ ਨਰੂਆ ਜੀ, ਹਰੀ ਸਿੰਘ ਦਾ ਲੜਕਾ ਹਾਂਜੀ, ਤੇ ਹਰੀ ਸਿੰਘ ਦਾ ਜਵਾਈ, ਹੋਰ ਬਾਬਾ ਮਹਾਰਾਜ ਸਿੰਘ ਨਾਲ ਇਹ ਮਾਲੂ ਵਾਲੀਏ ਬਾਬੇ ਜੀ, ਸਾਰੇ ਕਾਫੀ ਸੰਗਤ ਸੀ। ਤੇ ਉਸ ਟਾਈਮ ਜਦੋਂ ਇਹ ਵਰਲਾਪ ਕਰਦੇ ਸੀ ਨਾ, ਉਦੋਂ ਫਿਰ ਉੱਥੇ ਆਂਦੇ ਬਾਬਾ ਜੀ ਨੇ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ ਇਹਨਾਂ ਨੂੰ
ਜੀ ਵੀ ਤੁਸੀਂ ਵਰਲਾਪ ਨਾ ਕਰੋ, ਇਹ ਜਿਹੜੀਆਂ ਹਸਤੀਆਂ ਵਾ ਤੇ ਚੁੱਕ ਕੇ ਤੇ ਨਰੰਗਾਬਾਦ ਲੈ ਜਾਓ ਤੇ ਉੱਥੇ ਦੱਬ ਦਿਓ ਜਾ ਕੇ। ਜੀ ਤੇ ਉਸ ਸਮੇਂ ਫਿਰ ਚੁੱਕ ਕੇ ਇੱਥੇ ਵਿਭੂਤੀ ਕੋ ਹਸਤੀਆਂ ਲਿਆਣ ਕੇ ਕੋ ਇੱਥੇ ਦੱਬੀਆਂ ਗੱਗੋ ਬੂਹੇ ਤੇ ਇਹ ਠੱਠਾ ਟਿੱਬਾ ਜੀ ਇੱਧਰ ਕਰਪੂਰਥਲੇ 'ਚ ਆ ਬਾਬਾ ਜੀ ਦਾ ਦਰਬਾਰ ਠੀਕ। ਤੇ ਮੁੱਠਿਆਂ ਵਾਲੇ ਇਹਨਾਂ ਪੰਜਾਂ ਥਾਵਾਂ ਤੇ ਖੜੀਆਂ ਉਦੋਂ ਫਿਰ। ਇਹ ਬਾਬਾ ਜੀ ਦੇ ਜੋ 360 ਗੁਰਦੁਆਰੇ ਬਣੇ ਹੋਏ ਆ ਉਹਨਾਂ ਦਾ ਕੀ ਇਤਿਹਾਸ ਆ? ਇਹ 360 ਗੁਰਦੁਆਰੇ ਬਾਬਾ ਜੀ ਹੁਣ ਤੇ ਜ਼ਿਆਦੇ ਹੋ ਗਏ ਆ, ਇਤਿਹਾਸ ਦੇ ਵਿੱਚ 360 ਆ। ਉਦੋਂ ਉਸ ਟਾਈਮ ਬਾਬਾ ਜੀ ਨੇ ਬਚਨ ਕੀਤਾ ਸੀ ਵੀ ਸਾਡਾ ਸਿੰਘ ਕੋਈ ਵੀ ਕਿਸੇ ਘਰਦਿਆਂ ਨਾਲ ਜਾਂ ਗੁੱਸੇ ਹੋ ਲੜੂਗਾ ਕਿ ਉਹਦਾ ਇੱਕ ਇੱਕ ਦਿਨ ਵੀ ਸਾਡੇ ਦਰਬਾਰ ਦੇ ਵਿੱਚ ਰਹੂ ਤੇ ਉਹਦਾ ਟਾਈਮ ਪਾਸ ਹੁੰਦਾ ਜਾਊਗਾ। ਜੀ ਹਾਂਜੀ ਠੀਕ ਹੈ ਜੀ। ਤੇ ਇਹ ਬਾਬਾ ਜੀ ਦਾ ਇਤਿਹਾਸ ਸੀ। ਬਾਬਾ ਜੀ ਹੁਣ ਆਈਏ ਆਪਾਂ ਇਸ ਵੇਲੇ ਜੋ ਇਹ ਨੌਰੰਗਾਬਾਦ ਦੇ ਵਿੱਚ ਹੈ, ਇਹਦੇ ਵਿੱਚ ਕਿੰਨੇ ਗੁਰਸਥਾਨ ਇਸ ਵੇਲੇ ਹਨ ਜੋ ਬਾਬਾ ਜੀ ਹੋਰਾਂ ਦੇ ਨਾਲ ਸੰਬੰਧਿਤ ਹੈ, ਜਾਂ ਉਸ ਤੋਂ ਬਾਅਦ ਅਸੀਂ ਇਹ ਕਹੀਏ ਕਿ ਭਾਈ ਮਹਿਰਾਜ ਸਿੰਘ ਦੀ ਤੁਸੀਂ ਗੱਲ ਕੀਤੀ ਆ, ਉਹ ਸਿੰਘਾਪੁਰ ਜਾ ਕੇ ਸ਼ਹੀਦ ਹੁੰਦੇ ਆ, ਉਹਨਾਂ ਭਾਈ ਮਹਿਰਾਜ ਸਿੰਘ ਜੀ ਦਾ ਇਤਿਹਾਸ ਇਸ ਗੁਰਦੁਆਰੇ ਨਾਲ ਕਿਵੇਂ ਨੌਰੰਗਾਬਾਦ ਨਾਲ ਸੰਬੰਧ ਜੁੜਦਾ? ਉਹਨਾਂ ਦਾ ਇਤਿਹਾਸ ਜੁੜਦਾ, ਉਹ ਛੋਟੇ ਜਿਹੇ ਬਾਬਾ ਜੀ ਕੋ ਆਏ ਜੀ। ਪਿੰਡ ਉਹਨਾਂ ਦਾ ਲੁਧਿਆਣਾ ਜ਼ਿਲ੍ਹਾ ਰੱਬੋ ਪਿੰਡ ਆ। ਹਾਂਜੀ। ਤੇ ਉਹ ਛੋਟੇ ਜਿਹੇ ਆਏ ਤੇ ਬਾਬਾ ਜੀ ਨੇ ਲੰਗਰ ਦੀ ਸੇਵਾ ਦੇਤੀ ਉਹਨਾਂ ਨੂੰ। ਤੇ ਉਹ ਆਂਦੇ ਜਦੋਂ ਕਿਸੇ ਨੂੰ ਪ੍ਰਸ਼ਾਦਾ ਦਿੰਦੇ ਸੀ ਤੇ ਉਹ ਆਂਦੇ ਸੀ ਲਓ ਮਹਾਰਾਜ ਪ੍ਰਸ਼ਾਦਾ ਲਾਓ। ਤੇ ਉਦੋਂ ਤੋਂ ਉਹਨਾਂ ਦਾ ਨਾਮ ਹੀ ਜਿਹੜਾ ਸੀ ਮਹਾਰਾਜ ਸਿੰਘ ਪੈ ਗਿਆ। ਤੇ ਬਾਬਾ ਜੀ ਤੋਂ ਬਾਅਦ ਚ ਫਿਰ ਜਦੋਂ ਬਾਬਾ ਜੀ ਸ਼ਹੀਦ ਹੁੰਦੇ ਫਿਰ ਬਾਅਦ ਚ ਉਹਨਾਂ ਗੱਦੀ ਸੰਭਾਲੀ ਆ ਨਾ। ਅੱਛਾ ਜੀ। ਤੇ ਉਹਨਾਂ ਜਦੋਂ ਅੰਗਰੇਜ਼ਾਂ ਨੂੰ ਕੱਢਣ ਦਾ, ਅੰਗਰੇਜ਼ 100 ਸਾਲ ਹਿੰਦੁਸਤਾਨ ਤੇ ਰਾਜ ਕਰ ਗਿਆ ਸੀ, ਪੰਜਾਬ ਚ ਆਇਆ ਨਹੀਂ ਹਜੇ। ਇਹਨਾਂ ਫਿਰ ਆਂਦੇ ਉਸ ਟਾਈਮ ਬਗਾਵਤ ਦਾ ਝੰਡਾ ਪਹਿਲੋਂ ਬਾਬਾ ਮਹਾਰਾਜ ਸਿੰਘ ਨੇ ਚੁੱਕਿਆ ਵੀ ਅੰਗਰੇਜ਼ ਨੂੰ ਰਹਿਣ ਨਹੀਂ ਦਾਂਗੇ ਇੱਥੇ। ਠੀਕ ਹੈ। ਤੇ ਉਸ ਟਾਈਮ ਫਿਰ ਅੰਗਰੇਜ਼ ਜਿਹੜਾ ਸੀ ਬਾਬਾ ਜੀ ਨੂੰ ਕੈਦ ਕਰਕੇ ਸਿੰਘਾਪੁਰ ਲੈ ਗਿਆ। ਹਾਂਜੀ। ਤੇ ਉੱਥੇ ਬਾਬਾ ਜੀ ਦੇ ਜਿਹੜੇ ਉੱਥੇ ਸ਼ਹੀਦੀ ਇਹਨਾਂ ਪਾਈ। ਹਾਂਜੀ। ਉਹ ਜੇਲ੍ਹ ਦੇ ਵਿੱਚ ਹੀ। ਜੀ ਜੀ। ਜਿਆਦੇ ਬਜ਼ੁਰਗ ਹੋ ਗਏ ਜਦੋਂ। ਹਾਂ ਸਤਸੰਗ ਜੀ, ਇੱਥੇ ਮੈਂ ਦੱਸ ਦੇਵਾਂ ਆਪ ਜੀ ਨੂੰ ਕਿ ਜੋ ਭਾਈ ਮਹਿਰਾਜ ਸਿੰਘ ਸੀ, ਉਹਨਾਂ ਨੇ ਜਿਸ ਜੇਲ੍ਹ ਦੇ ਵਿੱਚ ਜਿੱਥੇ ਸ਼ਹੀਦੀ ਪਾਈ ਸੀ ਸਿੰਘਾਪੁਰ, ਉਸ ਇਲਾਕੇ ਦਾ ਨਾਂ ਸਿਲਟ ਰੋਡ ਹੈ। ਤੇ ਅੱਜ ਵੀ ਉਹ ਇਲਾਕਾ ਹੈ ਜਿਹੜਾ ਬਹੁਤ ਸੋਹਣਾ ਗੁਰਦੁਆਰਾ ਉੱਥੇ ਸੁਭਾਇਮਾਨ ਹੈ। ਕਰੀਬ ਜੇ ਅਸੀਂ ਕਹਿ ਦਈਏ ਸੰਤੋਸ਼ਾ ਬੀਚ ਦੇ ਬਿਲਕੁਲ ਲਾਗੇ ਪੈਂਦਾ, ਸਮੁੰਦਰ ਦੇ ਕਿਨਾਰੇ ਤੇ ਉਹ ਗੁਰਦੁਆਰਾ ਹੈ। ਔਰ ਉਸ ਜਗ੍ਹਾ ਤੇ ਸਿਰਫ ਸਿੱਖ ਹੀ ਨਹੀਂ, ਸਿੰਗਾਪੁਰ ਦਾ ਹਰ ਬਸ਼ਿੰਦਾ ਉਸ ਜਗ੍ਹਾ ਨੂੰ ਬਹੁਤ ਜ਼ਿਆਦਾ ਮਾਨਤਾ ਦਿੰਦਾ ਹੈ ਤੇ ਉੱਥੇ ਆਉਂਦੇ ਨੇ ਸਾਰੇ। ਤੇ ਇਹ ਭਾਈ ਮਹਿਰਾਜ ਸਿੰਘ ਜੀ ਦੇ ਨਾਲ ਇੱਥੇ ਹੋਰ ਕਿਹੜੇ ਸਥਾਨ ਬਣੇ ਹੋਏ ਆ? ਜੀ ਆਵੇ ਨਾਲ ਹੀ ਬਾਬਾ ਮਹਾਰਾਜ ਸਿੰਘ ਦਾ ਪਹਿਲੋਂ ਸਥਾਨ ਆਉਂਦਾ, ਉਦੋਂ ਗਾੜੀ ਫਿਰ ਆਉਂਦਾ ਵਾ ਬਾਬਾ ਸਾਹਿਬ ਸਿੰਘ ਜੀ ਦਾ, ਉਦੋਂ ਗਾੜੀ ਬਾਬਾ ਖੁਦਾ ਸਿੰਘ ਜੀ ਦਾ, ਉਦੋਂ ਗਾੜੀ ਬਾਬਾ ਵੀਰ ਸਿੰਘ ਜੀ ਦਾ। ਤੇ ਬਾਬਾ ਜੀ ਦਾ ਇੱਕ ਇੱਧਰ ਦਰਬਾਰ ਉਹ ਕਮੇਟੀ ਦੇ ਅੰਡਰ 'ਚ ਆ ਜੀ, ਉਹਦੇ ਨਾਲ 100 ਕਿੱਲਾ ਜ਼ਮੀਨ ਆ। ਅੱਛਾ ਜੀ। ਤੇ ਇੱਕ ਆ ਮਲਮੋਰੀ ਨੂੰ ਛੜਕ ਜਾਂਦੀ, ਤੁਸੀਂ ਵੇਖਿਆ ਹੋਣਾ ਜਾਂਦਿਆਂ ਰਾਹ ਤੇ ਜੀ, ਮਾੜੀ ਵੱਜਦੀ ਉਹ ਜਗ੍ਹਾ ਜਿਹੜੀ, ਉੱਥੇ ਵੀ ਬਾਬਾ ਜੀ ਥੋੜਾ ਸਮਾਂ ਠਹਿਰੇ, ਉੱਥੇ ਵੀ ਦਰਬਾਰ ਬਣਿਆ। ਤੇ ਬਾਬਾ ਜੀ ਇਹ ਜੋ ਆਪਣੇ ਇਸ ਵੇਲੇ ਮੈਂ ਇਹ ਕਹਾਂ ਕਿ ਬਾਬਾ ਵੀਰ ਸਿੰਘ ਦੀ ਵੀ ਜਿਸ ਤਰ੍ਹਾਂ ਭਾਈ ਬਿਧੀ ਚੰਦ ਜੀ ਦੀ ਨਿਹੰਗ ਸਿੰਘ ਸੰਪਰਦਾਇ ਚੱਲਦੀ ਹੈ, ਜਿਸ ਤਰ੍ਹਾਂ ਇਸ ਤੋਂ ਬਾਅਦ ਹਰੀਆਂ ਵੇਲਾਂ ਵਾਲੀ ਸੰਪਰਦਾਇ ਹੈ, ਤਰਨਾ ਦਲ ਹੈ, ਬੁੱਢਾ ਦਲ ਹੈ, ਇਸ ਤਰ੍ਹਾਂ ਕੀ ਇਹ ਬਾਬਾ ਵੀਰ ਸਿੰਘ ਜੀ ਦੀ ਵੀ ਨਿਹੰਗ ਸਿੰਘ ਸੰਪਰਦਾਇ ਚੱਲ ਰਹੀ ਹੈ ਜਾਂ ਕੋਈ ਹੋਰ ਸੰਪਰਦਾਇ ਹੈ? ਇਹ ਕਿਸ ਤਰ੍ਹਾਂ ਤੁਸੀਂ ਦੱਸੋਗੇ, ਕਿਉਂਕਿ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ 'ਚ ਪਤਾ ਨਹੀਂ ਹੈ। ਇਹ ਬਾਬਾ ਜੀ ਦਾ ਤੇ ਵੇਖੋ ਹੁਣ ਜਿਸ ਤਰ੍ਹਾਂ ਇੱਥੇ ਕਾਰ ਸੇਵਾ ਦਾ ਵਾ, ਜਿਹੜਾ ਠੱਠੇ ਟਿੱਬੇ ਵਾਲੇ ਬਾਬਾ ਜੀ ਉਹ ਵੀ ਕਾਰ ਸੇਵਾ ਵਾਲਿਆਂ ਨੂੰ ਸੰਬੰਧਿਤ ਆ। ਤੇ ਬਾਬਾ ਜੀ ਦਾ ਦਲ ਵੀ ਆ ਹੁਣ ਰਤੋਕਿਆਂ ਵਾਲੇ ਜਿਹੜੇ ਆ, ਤੇ ਝਾੜ ਸਾਹਿਬ ਵਾਲੇ, ਇਹ ਦਲ ਆ ਨਿਹੰਗ ਸਿੰਘਾਂ ਦੇ। ਠੀਕ ਹੈ ਜੀ। ਤੇ ਬਾਬਾ ਜੀ ਦੇ ਇਹ ਰਾੜਾ ਸਾਹਿਬ ਵਾਲੇ ਜਿਹੜੇ, ਇਹ ਵੀ ਬਾਬਾ ਜੀ ਦੀ ਸੰਪਰਦਾ ਹੀ ਆ। ਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਾ, ਇਹ ਵੀ ਬਾਬਾ ਜੀ ਦੀ ਸਾਡੀ ਸੰਪਰਦਾ ਬਾਬਾ ਜੀ ਦੀ। ਸਾਧ ਸੰਗਤ ਜੀ, ਇਹ ਬਾਬਾ ਵੀਰ ਸਿੰਘ ਜੀ ਦਾ ਇੱਕ ਬਹੁਤ ਵੱਡਾ ਪਰਿਵਾਰ ਹੈ, ਜਿਹਦੇ ਵਿੱਚ ਅਸੀਂ ਇਹ ਕਹਿ ਲਈਏ ਕਿ ਕਾਰ ਸੇਵਾ ਵਾਲੇ ਬਾਬੇ ਵੀ ਆ ਜਾਂਦੇ ਨੇ, ਜਿਸ ਦੇ ਵਿੱਚ ਦਲ ਵੀ ਆ ਜਾਂਦੇ ਨੇ, ਜਿਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਵੇਂ ਰਾੜਾ ਸਾਹਿਬ ਵਾਲੇ ਪ੍ਰਭੂ ਭਗਤੀ ਵਾਲੇ ਬਾਬੇ ਨੇ, ਉਹ ਵੀ ਆ ਜਾਂਦੇ ਨੇ। ਮਤਲਬ ਕਿ ਸਰਬ ਪੱਖੀ ਸੰਪਰਦਾਵਾਂ ਦੇ ਉੱਪਰ ਬਾਬਾ ਵੀਰ ਸਿੰਘ ਜੀ ਨੇ ਜਿਹੜਾ ਹੈ ਉਹ ਧਿਆਨ ਕੇਂਦਰਿਤ ਕੀਤਾ। ਤੇ ਅੱਜ ਇਸ ਜਗ੍ਹਾ 'ਤੇ ਜਿਹੜਾ ਹੈ ਉਹ ਇਸ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ? ਕਿਉਂਕਿ ਸਾਧ ਸੰਗਤ ਜੀ, ਮੈਨੂੰ ਐਵੇਂ ਲੱਗਦਾ ਹੈ ਕਿ ਗੁਰੂ ਘਰ ਹੈ ਜਿਹੜਾ ਇਹ ਆਪਣੇ ਆਪ ਵਿੱਚ ਪੂਰਨ ਰੂਪ ਵਿੱਚ ਇੰਡੀਪੈਂਡੈਂਟ ਹੈ, ਕਿਉਂਕਿ ਮੱਝੀਆਂ ਇੱਥੇ, ਗਾਵਾਂ ਇੱਥੇ, ਘੋੜੇ ਇੱਥੇ,
ਔਰ ਲੰਗਰ 24 ਘੰਟੇ। ਇਹ ਬੜੀ ਵਧੀਆ ਕਬੂਤਰ ਇੱਥੇ, ਖਰਗੋਸ਼ ਇੱਥੇ। ਤੁਸੀਂ ਇਹ ਸਾਰਾ ਕਿਸ ਤਰ੍ਹਾਂ, ਇਹ ਸਾਰੀਆਂ ਚੀਜ਼ਾਂ ਦੱਸੋ। ਬੱਕਰੇ ਇੱਥੇ, ਹਾਂਜੀ, ਸਭ ਮਾਲ ਸਾਰਾ ਹੀ ਆ। ਡੰਗਰ ਮਾਲ ਡੰਗਰ ਇਹ ਹੁਣ ਖੁੱਲਾ ਹੀ ਰਹਿੰਦਾ, ਕਦੀ ਰੱਸਾ ਨਹੀਂ ਪਾਇਆ ਇਹਨਾਂ ਨੂੰ। ਜੀ, ਇਹ ਗਾਂ ਨੂੰ ਰੱਸਾ ਪਾਇਆ ਤਾਂ ਇਹ ਸੂਣ ਵਾਲੀ ਕਰਕੇ ਇਹਨੂੰ ਬਾਹਰ ਕੱਢਿਆ। ਠੀਕ ਤੇ ਹੈ ਬਾਕੀ ਗਾਵਾਂ ਵੀ ਖੁੱਲੀਆਂ। ਇਹ ਗਾਵਾਂ ਵੀ ਗੁਜਰਾਤ ਦੇ ਵਿੱਚੋਂ ਲਿਆਂਦੀਆਂ ਇਹ। ਜੀ। ਹਾਂਜੀ। ਤੇ ਇਹ ਸਤਸੰਗ ਜੀ ਬਹੁਤ ਵੱਡੀ ਇੱਕ ਵਿਰਾਸਤ ਜਿਹੜੀ ਕਿ ਸਤਿਕਾਰਯੋਗ ਬਾਬਾ ਹਰਜੀਤ ਸਿੰਘ ਜੀ ਜਥੇਦਾਰ ਸਾਹਿਬ ਇੱਥੇ ਸੰਭਾਲ ਕੇ ਜਿਹੜੇ ਸੇਵਾ ਨਿਭਾ ਰਹੇ ਨੇ। ਤੇ ਆਪ ਜੀ ਦਾ ਹੋਪ ਗਲੋਬਲ ਟੀਵੀ ਦੇ ਨਾਲ ਜਿਹੜਾ ਹੈ ਉਹ ਸਾਂਝ ਪਾਉਣ ਲਈ ਔਰ ਸਾਨੂੰ ਇੰਨਾ ਵਡਮੁੱਲਾ ਸਿੱਖ ਕੌਮ ਦਾ ਇਤਿਹਾਸ ਦੱਸਣ ਲਈ ਬਾਬਾ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ। ਜਾਂਦਿਆਂ ਜਾਂਦਿਆਂ ਦੋ ਸ਼ਬਦ ਸਾਡੇ ਦਰਸ਼ਕਾਂ ਨਾਲ ਕੀ ਸਾਂਝੇ ਕਰਨੇ ਚਾਹੋਗੇ? ਸਮਾਪਤੀ ਕਰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਕੀ